7ਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇੱਕ ਵਾਰੀ ਫਿਰ ਤੋਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ? ਠੀਕ ਹੋ ਸਭ? ਚਲੋ, ਵਾਹਿਗੁਰੂ ਤੁਹਾਡੇ 'ਤੇ ਇਸੇ ਤਰ੍ਹਾਂ ਕਿਰਪਾ ਰੱਖੇ ਔਰ ਰਾਜੀ ਖੁਸ਼ੀ ਰਹੋ, ਹੱਸਦੇ ਵਸਦੇ ਰਹੋ। ਵਿਦਿਆਰਥੀਓ, ਅੱਜ ਅਸੀਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 8 ਸ਼ੁਰੂ ਕਰਨਾ ਹੈ। ਪਾਠ ਦਾ ਨਾਮ ਹੈ ਅਲੋਪ ਹੋ ਰਹੇ ਕਿੱਤੇ। ਪੰਨਾ ਨੰਬਰ ਹੈ 56, ਪੇਜ ਨੰਬਰ 56। ਖੋਲੀਏ ਕਿਤਾਬਾਂ, ਪੜ੍ਹਦੇ ਹਾਂ ਪਾਠ। ਕੀ ਹਨ ਕਿੱਤੇ? ਅਲੋਪ ਕਿਉਂ ਹੋਏ? ਕੀ ਕਾਰਨ ਸੀ? ਕਿੱਥੇ ਗਏ? ਕਿਹੜੇ ਕਿੱਤੇ ਸਨ? ਸਾਰੀ ਜਾਣਕਾਰੀ ਇਸ ਪਾਠ 'ਚੋਂ ਪੜ੍ਹਾਂਗੇ ਅਸੀਂ। ਚਲੋ ਕਰੀਏ ਸ਼ੁਰੂ। ਪਾਠ ਨੰਬਰ 8, ਅਲੋਪ ਹੋ ਰਹੇ ਕਿੱਤੇ। ਅਲੋਪ ਦਾ ਅਰਥ ਹੀ ਗਾਇਬ ਹੋਣਾ ਹੈ, ਗੁੰਮ ਹੋਣਾ ਹੈ, ਲੁਕ ਜਾਣਾ ਹੈ ਕਿਤੇ ਜਿਹੜਾ ਦਿਸੇ ਨਾ। ਔਰ ਕਿੱਤੇ ਸ਼ਬਦ ਦਾ ਅਰਥ ਹੁੰਦਾ ਹੈ ਕੰਮ। ਕੰਮ ਉਹ ਜੋ ਰੋਜ਼ੀ ਰੋਟੀ ਕਮਾਉਣ ਲਈ ਕਰੀਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਫੈਮਿਲੀ ਮੈਂਬਰਸ ਨੇ, ਪਰਿਵਾਰਕ ਮੈਂਬਰ ਨੇ, ਉਹ ਕੰਮਕਾਰ ਕਰਦੇ ਹਨ, ਕਿੱਤਾ ਕੋਈ ਨਾ ਕੋਈ ਕਰਦੇ ਹਨ, ਤਾਂ ਹੀ ਸਾਡੇ ਘਰ ਦਾ ਸਰਕਲ ਚੱਲਦਾ ਹੈ, ਰੋਜ਼ੀ ਰੋਟੀ ਦਾ ਪ੍ਰਬੰਧ ਤਾਂ ਹੀ ਹੁੰਦਾ ਹੈ। ਕਿਸੇ ਦੇ ਪਿਤਾ ਜੀ ਆਰਮੀ ਵਿੱਚ ਗਏ ਹੋਣਗੇ, ਪਰਿਵਾਰਕ ਵਿਛੋੜਾ ਹੈ, ਦੂਰ ਗਏ ਨੇ, ਆਰਮੀ ਵਿੱਚ ਫੌਜ ਵਿੱਚ ਨੌਕਰੀ ਕਰ ਰਹੇ ਹੋਣਗੇ। ਕਿਸੇ ਦੇ ਪੁਲਿਸ ਕਰਮਚਾਰੀ ਹੋਣਗੇ, ਕਿਸੇ ਦੇ ਪਿਤਾ ਜੀ ਕਿਸੇ ਦਫ਼ਤਰ ਵਿੱਚ ਲੱਗੇ ਹੋਣਗੇ, ਕਿਸੇ ਦੇ ਪਿਤਾ ਜੀ ਅਧਿਆਪਕ ਹੋਣਗੇ, ਕਿਸੇ ਦੇ ਪਿਤਾ ਜੀ ਬੈਂਕ ਕਰਮਚਾਰੀ ਹੋਣਗੇ, ਜਾਂ ਹੋਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹੋਣਗੇ, ਕਰਮਚਾਰੀ ਹੋਣਗੇ। ਸੋ ਪਿੱਛੇ ਮਕਸਦ ਕੀ ਹੈ? ਰੋਜ਼ੀ ਰੋਟੀ ਦਾ। ਢਿੱਡ ਲੱਗਾ ਨਾ ਸਾਨੂੰ, ਸੋ ਪੇਟ ਪਾਲਣਾ ਪੈਂਦਾ। ਰੋਜ਼ੀ ਰੋਟੀ ਦੀ ਖਾਤਰ ਵਿਅਕਤੀ ਕੰਮ ਕਰਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸੇ ਰੋਜ਼ੀ ਰੋਟੀ ਦੇ ਕਰਕੇ ਹੀ ਜਾਂਦਾ ਹੈ ਕਿ ਇੱਥੇ ਦੇ ਕਮਾਏ ਪੈਸਿਆਂ ਨਾਲ ਗੁਜ਼ਾਰਾ ਜਦੋਂ ਨਹੀਂ ਹੁੰਦਾ ਤੇ ਫਿਰ ਲੱਗਦਾ ਹੈ ਵੀ ਬਾਹਰ ਦੇ ਜੇ ਥੋੜ੍ਹੇ ਵੀ ਬਚਾਵਾਂਗੇ ਤੇ ਇੱਥੇ ਉਹਨਾਂ ਦਾ ਮੁੱਲ ਵਧੇਰਾ ਪੈ ਜਾਏਗਾ। ਸੋ ਕਿੱਤੇ ਕੰਮ ਜਿਹੜੇ ਅਸੀਂ ਕਰਦੇ ਹਾਂ ਰੋਜ਼ੀ ਵਾਸਤੇ, ਰੋਟੀ ਵਾਸਤੇ, ਅਲੋਪ ਹੋ ਰਹੇ ਨੇ। ਅਜਿਹੇ ਕਿੱਤੇ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਨ ਪਰ ਹੁਣ ਨਹੀਂ ਰਹੇ। ਕਾਰਨ ਕੀ ਹੈ? ਕਿ ਵਿਗਿਆਨ ਦਾ ਯੁੱਗ ਹੈ, ਤਰੱਕੀ ਇੰਨੀ ਹੋਣ ਲੱਗ ਗਈ ਹੈ, ਮਸ਼ੀਨੀ ਯੁੱਗ ਆ ਗਿਆ ਹੈ। ਕੰਮ ਜਿਹੜਾ ਅੱਗੇ ਕਈ ਦਿਨਾਂ ਵਿੱਚ ਹੁੰਦਾ ਸੀ, ਉਹ ਹੁਣ ਦਿਨਾਂ ਦੀ ਗੱਲ ਛੱਡੋ, ਹੁਣ ਘੰਟਿਆਂ ਦੇ ਵਿੱਚ ਹੋਣ ਲੱਗ ਗਿਆ ਹੈ। ਸੋ ਸ਼ੁਰੂ ਕਰਦੇ ਹਾਂ ਪਾਠ। ਵਿਚਾਰ ਚਰਚਾ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਕਿੱਤਾ ਕੀ ਹੁੰਦਾ ਹੈ। ਇਹਦਾ ਜਵਾਬ ਤੁਹਾਨੂੰ ਮੈਂ ਦੱਸ ਚੁੱਕੀ ਹਾਂ। ਤੁਹਾਡੇ ਆਲੇ ਦੁਆਲੇ ਵਿੱਚ ਲੋਕ ਕਿਹੜੇ ਕਿੱਤਿਆਂ ਵਿੱਚ ਰੁੱਝੇ ਹੋਏ ਹਨ? ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਹੈ ਆਲੇ ਦੁਆਲੇ। ਕੋਈ ਮਿਸਤਰੀ ਦਾ ਕੰਮ ਕਰਦਾ ਹੈ, ਘਰ ਬਣਾਉਂਦਾ ਹੈ, ਕੋਈ ਮਜ਼ਦੂਰ ਹੈ, ਕੋਈ ਲੱਕੜ ਦਾ ਕੰਮ ਕਰਦਾ ਹੈ, ਫਰਨੀਚਰ ਬਣਾਉਣ ਦਾ ਕਰਦਾ ਹੈ, ਕੋਈ ਵਿਅਕਤੀ ਦੁਕਾਨਦਾਰ ਹੈ, ਦੁਕਾਨਦਾਰੀ ਕਰ ਰਿਹਾ ਹੈ। ਈਵਨ ਕਿ ਕਈ ਲੋਕ ਗੁੜ ਆਦਿ, ਸ਼ੱਕਰ ਆਦਿ ਵੇਚਦੇ ਹਨ, ਫੇਰੀ ਵਾਲੇ ਹਨ, ਕਈ ਪਿਆਜ਼ ਵਗੈਰਾ ਵੇਚਣ ਲਈ, ਸਬਜ਼ੀਆਂ ਵੇਚਣ ਲਈ ਫੇਰਾ ਲਾਉਂਦੇ ਹਨ, ਹੋਕਾ ਦੇ ਕੇ ਕੰਮ ਕਰਦੇ ਹਨ। ਅਸੀਂ ਬਹੁਤ ਸਾਰੇ ਲੋਕਾਂ ਨੂੰ ਰੁੱਝਿਆਂ ਵੇਖਦੇ ਹਾਂ। ਦਰਜੀ ਦਾ ਕੰਮ ਉਹ ਵੀ ਕਿੱਤਾ ਹੈ। ਟੇਲਰ ਕੋਲ ਜਾਂਦੇ ਹੋ ਤੁਸੀਂ ਸਾਰੇ। ਉਹਨਾਂ ਦਾ ਕੰਮ ਕਿੰਨਾ ਪੁਰਾਣਾ ਹੈ? ਕਈਆਂ ਦਾ ਲੋਕਾਂ ਦਾ ਕੰਮ ਤਾਂ ਇੰਨਾ ਪੁਰਾਣਾ ਹੋਏਗਾ ਕਿ ਉਹਨਾਂ ਦਾ ਪਿਤਾ ਪੁਰਖੀ ਚੱਲਦਾ ਆਏਗਾ। ਜੇ ਪਿਤਾ ਦੀ ਦੁਕਾਨ ਸੀ ਟੇਲਰ ਦੀ ਤੇ ਬੱਚਾ ਵੀ ਉੱਥੇ ਬੈਠਣ ਲੱਗ ਗਿਆ, ਉਹ ਵੀ ਟੇਲਰ ਹੀ ਬਣ ਗਿਆ, ਉਹ ਵੀ ਦਰਜੀ ਬਣ ਗਿਆ। ਜੇ ਪਿਤਾ ਲੋਕਾਂ ਦੇ ਘਰਾਂ 'ਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਘਰ ਬਣਾਉਣ ਦਾ, ਤੇ ਪੁੱਤਰ ਨੇ ਵੀ ਅੱਗੋਂ ਉਹੀ ਕੰਮ ਸ਼ੁਰੂ ਕਰ ਲਿਆ। ਇਸ ਤਰ੍ਹਾਂ ਕਈਆਂ ਦੇ ਕਿੱਤੇ ਬਹੁਤ ਪੁਰਾਣੇ ਹਨ। ਕੁਝ ਕੁ ਦੇ ਨਵੇਂ ਵੀ ਹੋਣਗੇ, ਕਈਆਂ ਨੇ ਨਵੇਂ ਵੀ ਸਿੱਖੇ ਹੋਣਗੇ, ਪਿਤਾ ਪੁਰਖੀ ਨਹੀਂ ਹੋਣਗੇ, ਪਿਤਾ ਵੱਲੋਂ ਨਹੀਂ ਮਿਲੇ ਹੋਣਗੇ, ਵਿਰਾਸਤ ਵਿੱਚ ਖੁਦ ਕਰ ਰਹੇ ਹੋਣਗੇ। ਕਿ ਕੁਝ ਕਿੱਤੇ ਖਤਮ ਹੋ ਰਹੇ ਹਨ? ਸੋ ਇਹ ਸੋਚਣ ਵਾਲੀ ਗੱਲ ਹੈ ਕਿ ਹਾਂ, ਕਿੱਤੇ ਖਤਮ ਤੇ ਜ਼ਰੂਰ ਹੋ ਰਹੇ ਨੇ, ਪਰ ਕਿਹੜੇ ਨੇ? ਜ਼ਰਾ ਸੋਚੋ ਖਾਂ, ਕਿਹੜੇ ਕਿਹੜੇ ਕਿੱਤੇ ਖਤਮ ਹੋ ਰਹੇ ਨੇ? ਜਿਵੇਂ ਤਸਵੀਰ ਦੇ ਵਿੱਚ ਤੁਸੀਂ ਵੇਖਿਆ ਹੈ, ਦਿਖਾ ਰਹੇ ਨੇ ਤੁਹਾਨੂੰ। ਤਸਵੀਰ ਦੇ ਵਿੱਚ ਕੋਲੂ ਦੀ ਮਦਦ ਦੇ ਨਾਲ ਤੇਲ ਕੱਢਿਆ ਜਾ ਰਿਹਾ ਹੈ।
ਬਲਦ ਚੱਲਦੇ ਨੇ, ਜਦੋਂ ਬਲਦ ਨੂੰ ਖਿੱਚਦੇ ਨੇ ਤੇ ਕੋਹਲੂ ਜਿਹੜਾ ਹੈ ਉਹ ਘੁੰਮਦਾ ਹੈ ਉਹਦੇ ਵਿੱਚ, ਤੇ ਉਹਦੇ ਨਾਲ ਤੇਲ ਹੈ ਜਿਹੜਾ, ਇਹ ਉੱਪਰਲਾ ਜਿਹੜਾ ਡੰਡਾ ਹੈ ਉਹ ਥੱਲੇ ਨੂੰ ਜਾਂਦਾ ਹੈ, ਉੱਪਰ ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਤੇਲ ਬਣਦਾ ਹੈ। ਬਹੁਤ ਹੌਲੀ ਸਲੋ ਪ੍ਰਕਿਰਿਆ ਹੈ ਜਿਹੜੀ ਕਿ ਹੁਣ ਮਸ਼ੀਨਾਂ ਰਾਹੀਂ ਹੋ ਜਾਂਦੀ ਹੈ। ਸੋ ਆਓ ਪੜ੍ਹੀਏ ਪਾਠ ਤੇ ਵੇਖੀਏ ਕਿਹੜੇ ਕਿੱਤੇ ਹਨ ਜਿਹੜੇ ਅਲੋਪ ਹੋ ਗਏ ਹਨ। ਬਹੁਤ ਹੀ ਦਿਲਚਸਪ ਹੈ ਪਾਠ, ਇੰਟਰਸਟਿੰਗ ਹੈ। ਆਸ ਕਰਦੀ ਹਾਂ ਚੰਗਾ ਲੱਗੇਗਾ ਤੁਹਾਨੂੰ, ਬਹੁਤ ਆਨੰਦ ਮਾਣੋਗੇ। ਅਗਰ ਇਹ ਪਾਠ ਪਸੰਦ ਆਉਂਦਾ ਹੈ, ਮੇਰੇ ਬੋਲੇ ਸ਼ਬਦ ਤੁਹਾਨੂੰ ਚੰਗੇ ਲੱਗਦੇ ਨੇ, ਤੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਸ਼ੁਰੂ ਕਰਦੇ ਹਾਂ ਪਾਠ। ਸਮਾਂ ਕਦੇ ਵੀ ਇਕਸਾਰ ਨਹੀਂ ਰਹਿੰਦਾ। ਸਮੇਂ ਦੀ ਗਤੀ ਦੇ ਨਾਲ ਸਮਾਜ ਵਿੱਚ ਤਬਦੀਲੀ ਦਾ ਆਉਣਾ ਕੁਦਰਤੀ ਹੈ। ਅਜਿਹਾ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਇਸ ਤਬਦੀਲੀ ਦਾ ਸਭ ਤੋਂ ਵੱਡਾ ਗਵਾਹ ਸਾਡਾ ਇਤਿਹਾਸ ਹੈ, ਜੋ ਸਾਨੂੰ ਸਾਡੇ ਲਗਾਤਾਰ ਬਦਲਦੇ ਰਹਿਣ ਦੇ ਸੁਭਾਅ ਵੱਲ ਇਸ਼ਾਰਾ ਕਰਦਾ ਹੈ। ਇਹ ਤਬਦੀਲੀ ਸਾਡੇ ਰਹਿਣ ਸਹਿਣ ਵਿੱਚ ਵਾਪਰਦੀ ਹੈ ਅਤੇ ਇਸ ਦੇ ਨਾਲ ਹੀ ਸਾਡਾ ਆਲਾ ਦੁਆਲਾ ਬਦਲ ਜਾਂਦਾ ਹੈ। ਇਸੇ ਲਈ ਤਬਦੀਲੀ ਪ੍ਰਕਿਰਤੀ ਦਾ ਸੁਭਾਅ ਆਖਿਆ ਜਾਂਦਾ ਹੈ। ਪ੍ਰਕਿਰਤੀ, ਕੁਦਰਤ, ਨੇਚਰ ਹੈ ਜੀ ਕੁਦਰਤ ਦਾ। ਤਬਦੀਲੀ ਆਉਂਦੀ ਹੈ। ਦੇਖੋ ਤੁਸੀਂ, ਮੌਸਮ ਵੀ ਬਦਲਦਾ ਹੈ ਨਾ, ਮੌਸਮ ਇੱਕੋ ਤੇ ਨਹੀਂ ਰਹਿੰਦਾ। ਜੇ ਗਰਮੀ ਹੈ ਤੇ ਉਹ ਵੀ ਜਾਏਗੀ, ਸਰਦੀ ਆਏਗੀ। ਬਹੁਤ ਗਰਮੀ ਹੈ ਤੇ ਬਾਰਿਸ਼ ਦੀ ਉਡੀਕ ਹੁੰਦੀ ਹੈ, ਬਾਰਿਸ਼ ਤੋਂ ਬਾਅਦ ਫਿਰ ਗਰਮੀ ਆਉਂਦੀ ਹੈ ਜਾਂ ਹਵਾ ਚੱਲਦੀ ਹੈ। ਵੈਦਰ ਹੈ ਜਿਹੜਾ ਉਹ ਬਦਲ ਜਾਂਦਾ ਹੈ, ਮੌਸਮ ਬਦਲਦਾ ਹੈ। ਪ੍ਰਕਿਰਤੀ ਦਾ ਸੁਭਾਅ ਹੈ। ਫੁੱਲ ਖਿੜਦੇ ਨੇ, ਮੁਰਝਾਉਂਦੇ ਨੇ, ਪੱਤੇ ਸੁੱਕਦੇ ਨੇ, ਟਾਹਣੀ ਨਾਲੋਂ ਡਿੱਗਦੇ ਨੇ, ਨਵੇਂ ਪੱਤੇ ਆਉਂਦੇ ਨੇ। ਪਤਝੜ ਦਾ ਮੌਸਮ ਹੁੰਦਾ ਹੈ, ਬਹਾਰ ਦਾ ਮੌਸਮ ਹੁੰਦਾ ਹੈ। ਸੋ ਪ੍ਰਕਿਰਤੀ ਦੇ ਵਿੱਚ ਬਦਲਾਵ ਹੈ। ਦਿਨ ਹੈ, ਰਾਤ ਹੈ, ਸ਼ਾਮ ਹੈ, ਸਵੇਰ ਹੈ, ਬਦਲਾਵ ਹੈ ਨਾ। ਇਹ ਸੁਭਾਅ ਹੈ, ਤਬਦੀਲੀ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਕੁਝ ਤਬਦੀਲੀਆਂ ਦਾ ਗਵਾਹ ਸਾਡਾ ਇਤਿਹਾਸ ਹੈ, ਸਾਡੀ ਹਿਸਟਰੀ ਹੈ ਕਿ ਹਜ਼ਾਰਾਂ ਸਾਲਾਂ ਤੋਂ ਜਿਹੜੀਆਂ ਤਬਦੀਲੀਆਂ ਸਮਾਜ ਵਿੱਚ ਆਉਂਦੀਆਂ ਰਹੀਆਂ ਨੇ, ਉਹਨਾਂ ਦਾ ਗਵਾਹ ਹੈ ਸਾਡਾ ਇਤਿਹਾਸ। ਹਿਸਟਰੀ ਨੂੰ ਜੇ ਅਸੀਂ ਫਰੋਲੀਏ, ਇਤਿਹਾਸ ਨੂੰ ਪੜ੍ਹੀਏ, ਤੇ ਸਾਨੂੰ ਪਤਾ ਲੱਗਦਾ ਹੈ ਕਿ ਕਿਹੋ ਜਿਹੀਆਂ ਤਬਦੀਲੀਆਂ ਵਾਪਰੀਆਂ ਹਨ। ਹੁਣ ਤੁਸੀਂ ਸੁਣਿਆ ਹੋਵੇਗਾ ਕਿ ਪਹਿਲਾਂ ਲੋਕ ਕੱਚੇ ਘਰਾਂ ਵਿੱਚ ਰਹਿੰਦੇ ਹੁੰਦੇ ਸਨ, ਖੁੱਲ੍ਹੇ ਵਿਹੜੇ ਸਨ, ਕੋਈ ਕੰਧਾਂ ਕੁੰਧਾਂ ਨਹੀਂ ਸੀ ਹੁੰਦੀਆਂ। ਈਵਨ ਕਿ ਕਈਆਂ ਦੇ ਘਰਾਂ ਨੂੰ ਤੇ ਦਰਵਾਜ਼ੇ ਵੀ ਨਹੀਂ ਸੀ ਲੱਗੇ ਹੁੰਦੇ, ਪਰ ਲੋਕ ਸੇਫ ਸਨ, ਵਿਹੜਿਆਂ ਦੇ ਵਿੱਚ ਹੀ ਸੌਂਦੇ ਬਹਿੰਦੇ ਸਨ। ਸੋ ਇਹੋ ਜਿਹਾ ਕੋਈ ਮਸਲਾ ਹੀ ਨਹੀਂ ਸੀ। ਰਸੋਈ ਕੋਈ ਵੱਖਰੀ ਨਹੀਂ ਸੀ ਹੁੰਦੀ, ਚੌਂਕਾ ਹੁੰਦਾ ਸੀ ਜੀ, ਚੌਂਕੇ ਦੇ ਵਿੱਚ ਹੀ ਅੰਨ ਪਾਣੀ ਕਰਦੇ ਸਨ, ਪਰ ਫਿਰ ਵੀ ਸੁੱਚਾ ਸੀ ਸਭ ਕੁਝ ਹੁੰਦਾ। ਅੱਜ ਕੱਲ੍ਹ ਵੇਖੋ ਕਿੰਨਾ ਕੁਝ ਫਰਕ ਪੈ ਗਿਆ। ਹੁਣ ਸੁਣਨ 'ਚ ਰਹਿ ਗਏ ਨੇ ਕੱਚੇ ਘਰ। ਸੋ ਤਬਦੀਲੀ ਆ ਗਈ ਨਾ। ਹੁਣ ਇੱਟਾਂ ਦੇ ਪੱਕੇ ਘਰ ਬਣੇ ਹੁੰਦੇ ਨੇ, ਸੀਮਟ, ਬੱਜਰੀ ਇਸਤੇਮਾਲ ਹੁੰਦਾ ਹੈ, ਕੰਕਰੀਟ ਵਰਤਿਆ ਜਾਂਦਾ ਹੈ, ਲੋਹਾ ਵਰਤਿਆ ਜਾਂਦਾ, ਕਿੰਨਾ ਬੀਮ ਪਾਏ ਜਾਂਦੇ ਨੇ, ਪੱਕੇ ਮਕਾਨ ਬਣਾਏ ਜਾਂਦੇ ਨੇ। ਸੋ ਪਹਿਲਾਂ ਲੋਕਾਂ ਦਾ ਰਹਿਣ ਸਹਿਣ ਕੁਝ ਹੋਰ ਤਰੀਕੇ ਦਾ ਸੀ। ਖੁੱਲ੍ਹਾ ਖਾਂਦੇ ਪੀਂਦੇ ਸਨ, ਖੁੱਲ੍ਹੇ ਸੁਭਾਅ ਸਨ, ਖੁੱਲ੍ਹਾ ਰਹਿਣ ਸਹਿਣ ਸੀ। ਸੋ ਹੁਣ ਫਰਕ ਪੈ ਗਿਆ ਹੈ। ਸੋ ਇਹ ਸੁਭਾਅ ਹੈ ਜੀ, ਤਬਦੀਲੀ ਆਉਂਦੀ ਹੈ ਸਮੇਂ ਦੇ ਨਾਲ। ਹਰ ਥਾਂ 'ਤੇ ਤਬਦੀਲੀ ਅਸੀਂ ਵੇਖਦੇ ਹਾਂ। ਇਹ ਤਬਦੀਲੀ ਇੱਕਦਮ ਨਹੀਂ ਵਾਪਰਦੀ, ਸਗੋਂ ਬਹੁਤ ਹੌਲੀ ਹੌਲੀ ਵਾਪਰਦੀ ਹੈ। ਇੰਨੀ ਹੌਲੀ ਕਿ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਾਰਾ ਕੁਝ ਬਦਲ ਜਾਂਦਾ ਹੈ। ਆਲੇ ਦੁਆਲੇ ਨਾਲ ਸਾਡਾ ਰਹਿਣ ਸਹਿਣ ਬਦਲਦਾ ਹੈ, ਸਾਡੀਆਂ ਲੋੜਾਂ ਵੀ ਬਦਲ ਜਾਂਦੀਆਂ ਹਨ। ਲੋੜਾਂ ਦੇ ਬਦਲਣ ਨਾਲ ਹੀ ਬਾਜ਼ਾਰ ਤੇ ਉਦਯੋਗ ਵੀ ਬਦਲ ਜਾਂਦੇ ਹਨ। ਕੁਝ ਅਜਿਹਾ ਹੀ ਵਾਪਰਿਆ ਹੈ ਉਹਨਾਂ ਕਿੱਤਿਆਂ ਨਾਲ ਜਿਹੜੇ ਹੌਲੀ ਹੌਲੀ ਗੁਮਨਾਮ ਹੁੰਦੇ ਹੁੰਦੇ ਅਲੋਪ ਹੋ ਗਏ। ਜਿਹੜੇ ਲੋਕ ਕੁਝ ਦਹਾਕੇ ਪਹਿਲਾਂ ਸਾਡੇ ਆਲੇ ਦੁਆਲੇ ਵਿੱਚ ਮਹੱਤਵਪੂਰਨ ਕੰਮ ਕਰਦੇ ਨਜ਼ਰ ਆਉਂਦੇ ਸਨ, ਉਹ ਹੁਣ ਲਗਭਗ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ। ਹੁਣ ਤਬਦੀਲੀ ਕਹਿੰਦੇ ਨੇ, ਬਦਲਾਵ ਹੈ ਜਿਹੜਾ ਉਹ ਇੱਕਦਮ ਤੇ ਨਹੀਂ ਆਉਂਦਾ, ਹੌਲੀ ਹੌਲੀ ਬਦਲਦਾ ਹੈ ਸਮਾਂ। ਬਦਲਾਵ ਵੀ ਜਿਹੜਾ ਉਹ ਹੌਲੀ ਹੌਲੀ ਆਉਂਦਾ ਹੈ। ਇੰਨੀ ਹੌਲੀ ਹੈ ਕਿ ਸਾਨੂੰ ਹੀ ਨਹੀਂ ਕਹਿੰਦੇ ਪਤਾ ਲੱਗਦਾ ਵੀ ਕਦੋਂ ਸਾਰਾ ਕੁਝ ਬਦਲ ਗਿਆ। ਜੇ ਅਸੀਂ ਚੰਗੀ ਤਰ੍ਹਾਂ ਸੋਚੀਏ, ਵਿਚਾਰੀਏ, ਤੇ ਫਿਰ ਪਤਾ ਲੱਗਦਾ ਹੈ ਵੀ ਇੰਨਾ ਕੁਝ ਬਦਲ ਗਿਆ। ਵਾਕਈ ਬਈ ਅਸੀਂ ਕਿਹੋ ਜਿਹੇ ਹੁੰਦੇ ਸੀ ਪਹਿਲਾਂ, ਛੋਟੇ ਹੁੰਦੇ ਸੀ ਜਦੋਂ, ਉਦੋਂ ਇੰਨੀਆਂ ਸੁੱਖ ਸੁਵਿਧਾਵਾਂ ਹੈ ਸਨ। ਸੋਚਾਂ 'ਚ ਪੈ ਜਾਂਦਾ ਮਨੁੱਖ ਵੀ ਹੁਣ ਅਸੀਂ ਬੱਚਿਆਂ ਨੂੰ ਜੋ ਕੁਝ ਦੇ ਰਹੇ ਹਾਂ, ਸਹੂਲਤਾਂ, ਫੈਸਿਲਿਟੀਜ਼ ਦੇ ਰਹੇ ਹਾਂ, ਉਦੋਂ ਹੀ ਸਨ।
ਸੋ ਉਦੋਂ ਸੋਚ ਕੇ ਵੇਖੋ ਤੇ ਉਦੋਂ ਦੇ ਸਮੇਂ ਦਾ ਤੇ ਹੁਣ ਦੇ ਸਮੇਂ ਦਾ ਬੜਾ ਫਰਕ ਹੈ। ਤੇ ਫਿਰ ਸੋਚਦਾ ਹੈ ਵਿਅਕਤੀ ਵੀ ਇੰਨਾ ਫਰਕ ਪੈ ਗਿਆ, ਇੰਨਾ ਜ਼ਮਾਨਾ ਇੰਨਾ ਬਦਲ ਗਿਆ, ਸਮਾਂ ਇੰਨਾ ਬਦਲ ਗਿਆ, ਇੰਨੀ ਤਬਦੀਲੀ ਆ ਗਈ। ਸੋ ਹੈਰਾਨੀ ਹੁੰਦੀ ਹੈ ਵੇਖ ਕੇ, ਸੁਣ ਕੇ। ਪਰ ਹੁੰਦਾ ਕੀ ਹੈ, ਇਹ ਜਦੋਂ ਸਾਰਾ ਕੁਝ ਬਦਲ ਜਾਂਦਾ ਸਾਡੀਆਂ ਲੋੜਾਂ ਵੀ ਨਾਲੋਂ ਨਾਲ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨੇ ਕਦੀ ਡਿਮਾਂਡ ਕੀਤੀ ਸੀਗੀ ਕਿ ਵੱਡੇ ਪੱਖੇ ਲੱਗਣ ਘਰ ਦੇ ਵਿੱਚ, ਜਾਂ ਕੂਲਰ ਹੋਣ, ਜਾਂ ਏਸੀ ਹੋਣ? ਨਹੀਂ ਸੀ ਕੀਤੀ। ਛੋਟੇ ਪੱਖਿਆਂ ਤੱਕ ਹੀ ਸੀ ਉਹਨਾਂ ਦੀਆਂ ਐਕਸਪੈਕਟੇਸ਼ਨਸ, ਤੇ ਜਾਂ ਉਹਨਾਂ ਦੀਆਂ ਜਿਹੜੀਆਂ ਡਿਮਾਂਡਾਂ ਸਨ ਉਹ ਬਹੁਤ ਛੋਟੀਆਂ ਸਨ। ਹੁਣ ਡਿਮਾਂਡਾਂ ਵੱਡੀਆਂ ਹੋ ਗਈਆਂ ਨੇ, ਫਰਕ ਪੈ ਗਿਆ ਨਾ ਸਮੇਂ ਦਾ। ਸੋ ਸਮੇਂ ਦੇ ਫਰਕ ਪੈਣ ਨਾਲ ਸਾਡੀਆਂ ਜਿਹੜੀਆਂ ਲੋੜਾਂ ਨੇ ਉਹ ਵੀ ਬਦਲ ਗਈਆਂ ਨੇ। ਹੁਣ ਫਰਿੱਜ ਛੋਟੀ ਨਹੀਂ ਚਾਹੀਦੀ, ਹੁਣ ਫਰਿੱਜ ਵੱਡੀ ਮੰਗਦੇ ਹਾਂ ਅਸੀਂ। ਹੁਣ ਕੂਲਿੰਗ ਜ਼ਿਆਦਾ ਚਾਹੀਦੀ, ਘਰ ਦੇ ਵਿੱਚ ਠੰਡਕ ਜ਼ਿਆਦਾ ਚਾਹੀਦੀ, ਘਰ ਇਸ ਤਰੀਕੇ ਦਾ ਹੋਣਾ ਚਾਹੀਦਾ, ਟਾਈਲਾਂ ਇਸ ਤਰੀਕੇ ਦੀਆਂ ਲੱਗੀਆਂ ਹੋਣੀਆਂ ਚਾਹੀਦੀਆਂ, ਇੱਥੇ ਕਾਰਪੇਟ ਵਿਛਾਉਣਾ ਹੈ, ਇੱਥੇ ਘਰ ਦਾ ਦਰਵਾਜ਼ਾ ਇੱਧਰ ਨੂੰ ਹੋਣਾ ਚਾਹੀਦਾ ਹੈ, ਇੱਥੇ ਦਰਵਾਜ਼ੇ ਦੇ ਅੱਗੇ ਜਾਲੀ ਲੱਗੀ ਹੋਵੇ, ਇੱਥੇ ਦਰਵਾਜ਼ੇ ਦੇ ਅੱਗੇ ਸ਼ੀਸ਼ਾ ਲੱਗਾ ਹੋਵੇ। ਸੋ ਤਬਦੀਲੀਆਂ ਜਿਹੜੀਆਂ ਅਸੀਂ ਕਰ ਰਹੇ ਹਾਂ ਸਾਡੀਆਂ, ਅਸੀਂ ਲੋੜਾਂ ਨੂੰ ਬਦਲ ਲਿਆ ਹੈ ਐਕਚੁਅਲ 'ਚ। ਕਿਸ ਤਰੀਕੇ ਦਾ ਘਰ ਹੋਣਾ ਚਾਹੀਦਾ ਹੈ, ਕਿਹੋ ਜਿਹੀ ਲੱਕੜ ਇਸਤੇਮਾਲ ਕਰ ਲੈਣੀ ਹੈ ਅਸੀਂ ਵਿੱਚ, ਕਿਹੋ ਜਿਹਾ ਇਕੁਇਪਮੈਂਟ ਹੋਣਾ ਚਾਹੀਦਾ, ਸਮਾਨ ਕਿਵੇਂ ਦਾ ਹੋਣਾ ਚਾਹੀਦਾ, ਕਿਹੋ ਜਿਹਾ ਫਿਰ ਉਹਦੀ ਅੰਦਰ ਇੰਟੀਰੀਅਰ ਡੈਕੋਰੇਸ਼ਨ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸੋ ਸਾਰਾ ਕੁਝ ਹੀ ਬਦਲ ਜਾਂਦਾ ਹੈ, ਇੱਥੋਂ ਤੱਕ ਕਿ ਸਾਡਾ ਖਾਣ ਪੀਣ, ਪਹਿਰਾਵਾ, ਸਭ ਕੁਝ ਅਸੀਂ ਆਪਣੀਆਂ ਲੋੜਾਂ ਨੂੰ ਆਪ ਬਦਲ ਲੈਂਦੇ ਹਾਂ ਸਮੇਂ ਦੇ ਨਾਲ। ਹੁਣ ਲੋੜਾਂ ਹਨ ਨਾ, ਹੁਣ ਤੁਸੀਂ ਖਾਣ ਨੂੰ ਤੁਹਾਨੂੰ ਘਰ ਦੇ ਪੁੱਛਣ ਵੀ ਕੀ ਸਪੈਸ਼ਲ ਖਾਣਾ ਹੈ, ਤੇ ਤੁਸੀਂ ਕਹੋਗੇ ਜੀ ਫਾਸਟ ਫੂਡ ਹੀ ਕਹੋਗੇ ਤੁਸੀਂ, ਕਿਉਂਕਿ ਤੁਹਾਨੂੰ ਉਹ ਚੰਗਾ ਲੱਗ ਰਿਹਾ ਹੈ। ਸੋ ਉਹਨਾਂ ਸਮਿਆਂ ਵਿੱਚ ਇਹ ਚੀਜ਼ਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਫਾਸਟ ਫੂਡ ਹੁੰਦੇ ਕੀ ਨੇ। ਸੋ ਜਿਹੜੇ ਸਮਿਆਂ ਦੀ ਇਹ ਗੱਲ ਚੱਲ ਰਹੀ ਹੈ ਉਦੋਂ ਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੈਗਾ ਕਿ ਇਹੋ ਜਿਹੀ ਵੀ ਕੋਈ ਚੀਜ਼ ਹੁੰਦੀ ਹੈ। ਬਾਹਰ ਜਾ ਕੇ ਵੀ ਕਿਤੇ ਹੋਟਲ ਰੈਸਟੋਰੈਂਟ ਵੀ ਹੁੰਦੇ ਨੇ, ਉੱਥੇ ਜਾ ਕੇ ਵੀ ਖਾਂਦੇ ਨੇ ਲੋਕ, ਪਤਾ ਹੀ ਨਹੀਂ ਸੀ ਹੁੰਦਾ ਬੱਚਿਆਂ ਨੂੰ। ਸੋ ਹੁਣ ਕਾਫੀ ਫਰਕ ਪੈ ਗਿਆ ਹੈ, ਲੋੜਾਂ ਵੀ ਸਾਡੀਆਂ ਸਮੇਂ ਦੇ ਨਾਲ ਬਦਲ ਗਈਆਂ ਹਨ, ਤੇ ਨਾਲ ਹੀ ਬਾਜ਼ਾਰ ਤੇ ਉਦਯੋਗ ਬਦਲੇ ਹਨ। ਬਾਜ਼ਾਰ ਸ਼ੋਪਿੰਗ ਮਾਲ ਬਣ ਗਏ ਨੇ, ਏਸੀ ਲੱਗੇ ਨੇ, ਉੱਥੇ ਕਾਰ ਪਾਰਕਿੰਗ ਦੀ ਫੈਸਿਲਿਟੀ ਹੈ, ਬਹੁਤ ਕੁਝ ਤਬਦੀਲੀਆਂ ਆ ਚੁੱਕੀਆਂ ਨੇ, ਉਦਯੋਗ ਬਦਲ ਗਏ ਨੇ, ਬਹੁਤ ਕੁਝ ਫਰਕ ਪੈ ਗਿਆ ਹੈ ਸਮੇਂ ਦੇ ਨਾਲ। ਸੋ ਹੁੰਦਾ ਕੀ ਹੈ ਕਿ ਕਹਿੰਦਾ ਅਜਿਹਾ ਜਦੋਂ ਕੁਝ ਵਾਪਰ ਜਾਂਦਾ ਹੈ ਨਾ, ਤੇ ਫਿਰ ਕੁਝ ਕਿੱਤੇ ਅਜਿਹੇ ਹੁੰਦੇ ਨੇ, ਕੁਝ ਕੰਮ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਨਾਮ ਹੀ ਭੁੱਲ ਜਾਂਦਾ ਸਾਨੂੰ, ਗੁਮਨਾਮ ਹੀ ਹੋ ਜਾਂਦੇ ਨੇ, ਜਿਨ੍ਹਾਂ ਦਾ ਕੋਈ ਨਾਂ ਹੀ ਨਹੀਂ ਲਿਆ ਜਾਂਦਾ ਕਿ ਇਹੋ ਜਿਹਾ ਕਿੱਤਾ ਵੀ ਸੀ। ਤੇ ਹੌਲੀ ਹੌਲੀ ਫਿਰ ਇਹੋ ਜਿਹੇ ਜਿਹੜੇ ਕਿੱਤੇ ਨੇ ਉਹ ਫਿਰ ਖਤਮ ਹੋ ਜਾਂਦੇ ਨੇ, ਦਿਖਾਈ ਨਹੀਂ ਦਿੰਦੇ, ਇੰਨੇ ਕੁ ਡਿਸਅਪੀਅਰ ਹੋ ਜਾਂਦੇ ਨੇ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕਿੱਤਾ ਕਦੀ ਹੁੰਦਾ ਵੀ ਸੀ, ਇਹ ਕੰਮ ਵੀ, ਇਹ ਵੀ ਕੰਮ ਹੁੰਦਾ ਸੀ, ਇਹੋ ਜਿਹੇ ਵੀ ਲੋਕ ਹੁੰਦੇ ਸਨ ਜਿਹੜੇ ਇਹ ਕੰਮ ਕਰਦੇ ਸਨ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ, ਕੱਲ ਫਿਰ ਮਿਲਦੇ ਹਾਂ। ਧੰਨਵਾਦ, ਆਸ ਕਰਦੀ ਹਾਂ ਚੰਗਾ ਲੱਗਾ ਹੋਵੇਗਾ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਕੱਲ ਨੂੰ ਫਿਰ ਮਿਲਦੇ ਹਾਂ। ਧੰਨਵਾਦ।